ਗੁਣ ਉਚਾਰਨ ਕਿਵੇਂ ਕਰਨੇ ਨੇ, ਇਹ ਗੱਲ ਆਪਾਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਸਮਝਣੀ ਹੈ। ਕਿਉਂਕਿ ਗੁਣ ਉਚਾਰਨ ਕਰਨ ਦਾ ਇਹ ਅਰਥ ਨਾ ਆਪਾਂ ਕੱਢ ਲਈਏ ਵੀ ਬਸ ਆਪਣੀ ਜ਼ੁਬਾਨ ਵਿੱਚੋਂ ਕੁਝ ਸ਼ਬਦ ਉਚਾਰਨ ਕਰਨੇ ਨੇ, ਕੁਝ ਸ਼ਬਦ ਬੋਲ ਦੇਣੇ ਨੇ, ਬਸ ਮੈਂ ਆਪਣੇ ਮਾਲਕ ਦੇ ਗੁਣ ਕਹਿ ਦਿੱਤੇ। ਕਹਿਣ ਦਾ ਅਰਥ ਇਹ ਨਹੀਂ। ਇਸ ਕਰਕੇ ਧਿਆਨ ਦੇਣਾ ਵੀ ਅਸਲ ਵਿੱਚ ਕਹਿਣਾ ਹੀ ਨੇ ਗੁਣ। ਕਹਿਣ ਦਾ ਅਰਥ ਕੀ, ਕਿਵੇਂ ਕਹਿਣੇ ਨੇ। ਹੁਣ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਸ਼੍ਰੀ ਰਾਗ ਦੇ ਵਿੱਚ ਪਿਆਰਾ ਸ਼ਬਦ ਹੈ, ਤੇ ਉਸ ਪਾਵਨ ਸ਼ਬਦ ਦੇ ਰਹਾਉ ਦੇ ਬੰਦ ਵਿੱਚ ਮੇਰੇ ਸਤਿਗੁਰੂ ਜੀ ਕਹਿੰਦੇ ਰੱਬ ਦੇ ਗੁਣ ਗਾ, ਰੱਬ ਦੇ ਗੁਣ ਕਿਹਾ ਕਰ। ਪਰ ਕਿਵੇਂ ਕਹਿਣੇ ਨੇ, ਇਸ ਗੱਲ ਨੂੰ ਧਿਆਨ ਵਿੱਚ ਰੱਖ। ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਦੋਂ ਰੱਬ ਦੇ ਗੁਣ ਕਹਿਣ ਦੀ ਗੱਲ ਕੀਤੀ ਨਾ, ਪਿਆਰਿਓ ਪਾਤਸ਼ਾਹ ਜੀ ਨੇ ਆਵਾਜ਼ ਮਾਰੀ, ਕਹਿੰਦੇ ਭਾਈ ਰੇ, ਹੇ ਮੇਰੇ ਭਰਾ ਸੁਣ ਇਸ ਗੱਲ ਨੂੰ, ਰੱਬ ਦੇ ਗੁਣ ਕਹਿਣੇ ਨੇ ਪਰ ਕਿਵੇਂ, ਇਸ ਗੱਲ ਦਾ ਧਿਆਨ ਰੱਖ। ਪਾਤਸ਼ਾਹ ਜੀ ਕਹਿੰਦੇ ਭਾਈ ਰੇ ਰਾਮ ਕਹੋ ਚਿਤ ਲਾਏ। ਹੁਣ ਕੀ ਕਿਹਾ ਜੀ, ਕਹਿੰਦੇ ਰਾਮ ਕਹੋ ਪਰ ਚਿੱਤ ਲਾ ਕੇ। ਤੇਰਾ ਚਿੱਤ ਜੁੜਿਆ ਹੋਣਾ ਚਾਹੀਦਾ, ਤੇਰਾ ਮਨ ਜੁੜਿਆ ਹੋਣਾ ਚਾਹੀਦਾ, ਤੇਰਾ ਹਿਰਦਾ ਉਹਨਾਂ ਗੁਣਾਂ ਦੇ ਵਿੱਚ ਲੀਨ ਹੋਣਾ ਚਾਹੀਦਾ ਜਿਹੜੇ ਗੁਣ ਤੂੰ ਰੱਬ ਦੇ ਬਿਆਨ ਕਰਦਾ ਪਿਆ ਹੈ। ਉਹਨਾਂ ਗੁਣਾਂ ਵਰਗਾ ਆਪਣੇ ਆਪ ਨੂੰ ਬਣਾਉਣਾ ਪੈਣਾ, ਤਾਂ ਤੇਰੇ ਕਹੇ ਗਏ ਗੁਣ ਜਿਹੜੇ ਹਨ ਤੇਰੇ ਜੀਵਨ ਨੂੰ ਸੁੱਖ ਦੇ ਸਕਦੇ ਨੇ, ਤੇਰੇ ਜੀਵਨ ਨੂੰ ਟਿਕਾ ਦੇ ਸਕਦੇ ਨੇ, ਤੇਰੇ ਜੀਵਨ ਨੂੰ ਆਨੰਦ ਦੇ ਸਕਦੇ ਨੇ, ਜੇ ਚਿੱਤ ਲਾ ਕੇ ਕਹੇਗਾ। ਤੇ ਜੇ ਤੇਰਾ ਚਿੱਤ ਨਹੀਂ ਨਾ ਜੁੜਿਆ ਪਿਆਰਿਆ, ਫਿਰ ਪਾਤਸ਼ਾਹ ਜੀ ਕਹਿੰਦੇ ਗੁਣ ਕਹਿ ਕੇ ਵੀ ਜੀਵਨ ਦਾ ਟਿਕਾ ਨਹੀਂ ਪ੍ਰਾਪਤ ਕਰ ਸਕਦਾ। ਭਾਈ ਗੁਰਦਾਸ ਜੀ ਨੇ ਤਾਂ ਹੀ ਸੁਚੇਤ ਕੀਤਾ ਸੀ, ਕਹਿੰਦੇ ਕਹਿਣ ਦਾ ਅਰਥ ਕੇਵਲ ਇਹ ਨਾ ਲੈ ਵੀ ਆਪਣੇ ਮੂੰਹ ਵਿੱਚੋਂ ਕੁਝ ਸ਼ਬਦ ਰਟਨ ਕਰਨੇ ਨੇ। ਕਹਿੰਦੇ ਨਹੀਂ, ਬੜੀ ਪਿਆਰੀ ਉਦਾਹਰਨ ਦੇ ਕੇ ਗੱਲ ਕੀਤੀ ਉਹਨਾਂ ਨੇ। ਕਹਿੰਦੇ ਖਾਂਡ ਖਾਂਡ ਕਹਿ ਜੀਹਬਾ ਨਾ ਸਵਾਦ, ਮੀਠੋ ਆਵੈ ਅਗਨ ਅਗਨ ਕਹਿ ਸੀਤ ਨਾ ਵਿਨਾਸ਼ ਹੈ। ਹੁਣ ਗੱਲ ਕਿੱਥੇ ਕੀਤੀ ਨਾ, ਵੀ ਕਹਿਣ ਦਾ ਅਰਥ ਕੇਵਲ ਇਹ ਨਾ ਹੋਵੇ ਮੂੰਹ ਕਾ ਕਹਿਆ ਬਾਓ, ਵੀ ਬਸ ਮੂੰਹ ਦੇ ਵਿੱਚੋਂ ਕੁਝ ਸ਼ਬਦਾਂ ਦੀ ਹਵਾ ਕੱਢਣੀ, ਬੋਲ ਕਹਿਣੇ ਬਸ ਮੈਂ ਕਹਤੇ ਗੁਣ ਜੀ। ਨਹੀਂ, ਭਾਈ ਗੁਰਦਾਸ ਜੀ ਕਹਿੰਦੇ ਚੇਤੇ ਰੱਖ ਪਿਆਰਿਆ, ਜੇ ਤੈਨੂੰ ਮਿੱਠਾ ਚਾਹੀਦਾ ਹੈ ਨਾ, ਕੱਲਾ ਖੰਡ ਖੰਡ ਕਹਿਣ ਨਾਲ ਸਵਾਦ ਮਿੱਠੇ ਦਾ ਨਹੀਂ ਆਉਣ ਲੱਗਿਆ। ਜੇ ਤੂੰ ਆਪਣੇ ਜੀਵਨ ਵਿੱਚ ਠੰਡ ਨੂੰ ਖਤਮ ਕਰਨਾ ਚਾਹੁੰਦਾ ਏ, ਫਿਰ ਕੱਲਾ ਅੱਗ ਅੱਗ ਕਹਿਣ ਨਾਲ ਠੰਡ ਥੋੜ੍ਹੀ ਖਤਮ ਹੋ ਜਾਣੀ। ਜਿੱਥੇ ਤੂੰ ਅੱਗ ਨੂੰ ਚੇਤੇ ਕਰਦਾ ਪਿਆ ਉੱਥੇ ਅੱਗ ਬਾਲਣੀ ਪਵੇਗੀ। ਜਿੱਥੇ ਤੂੰ ਖੰਡ ਦਾ ਨਾਮ ਉਚਾਰਨ ਕਰਦਾ ਪਿਆ ਉੱਥੇ ਖੰਡ ਆਪਣੀ ਜੀਭ 'ਤੇ ਰੱਖਣੀ ਪਵੇਗੀ, ਤਾਂ ਸਵਾਦ ਆਵੇਗਾ। ਇਸ ਕਰਕੇ ਗੱਲ ਜਿਹੜੀ ਪਤੇ ਦੀ ਕੀਤੀ ਹੈ ਵੀ ਅਸੀਂ ਇਹ ਨਾ ਹੋਈਏ ਵੀ ਰੱਬ ਦੇ ਗੁਣ ਬਸ ਕਹਿ ਦਿੱਤੇ ਜੀ ਰੱਬ ਦੁੱਖ ਭੰਜਨ ਹੈ। ਆਪਾਂ ਕਹਿ ਦਿੱਤਾ ਜੀ ਰੱਬ ਦੁੱਖ ਭੰਜਨ, ਪਰ ਖਿਆਲ ਕਰ ਰੱਬ ਦੇ ਗੁਣ ਗਾਉਣ ਵਾਲਿਆ ਤੇਰਾ ਕਰਮ ਕੀ ਹੈ। ਤੂੰ ਰੱਬ ਦਾ ਆ ਗੁਣ ਗਾਇਆ ਕਿ ਰੱਬ ਜੀ ਦੁੱਖ ਭੰਜਨ ਨੇ, ਇਹ ਗੁਣ ਕਹਿ ਕੇ ਤੂੰ ਆਪਣੇ ਅੰਦਰ ਇਹ ਗੁਣ ਪੈਦਾ ਕਰ, ਜੇ ਮੇਰਾ ਰੱਬ ਦੁੱਖ ਭੰਜਨ ਹੈ, ਮੈਂ ਦੁੱਖ ਭੰਜਨ ਦੇ ਗੁਣ ਗਾਉਣ ਵਾਲਾ ਵੀ ਲੋਕਾਂ ਦੇ ਦੁੱਖ ਭੰਨਣ ਵਾਲਾ ਹੀ ਕੰਮ ਕਰਾਂਗਾ। ਅੰਨ ਦਿਨ ਰਾਮ ਕੇ ਗੁਣ ਕਹੀਐ, ਮੇਰੇ ਸਤਿਗੁਰੂ ਜੀ ਕਹਿੰਦੇ ਜਿਸ ਦੁੱਖ ਭੰਜਨ ਦੇ ਤੂੰ ਗੁਣ ਗਾ ਰਿਹਾ ਪਿਆਰਿਆ, ਫਿਰ ਤੇਰਾ ਕਰਮ ਕੀ ਹੋਣਾ ਚਾਹੀਦਾ, ਦੁੱਖਾਂ ਨੂੰ ਭੰਨਣ ਵਾਲਾ ਤੂੰ ਵੀ ਬਣਾ। ਜੇ ਰੱਬ ਸੁਖ ਦਾਤਾ ਹੈ ਤੇ ਸੁਖ ਦਾਤੇ ਦੇ ਗੁਣ ਗਾਉਣ ਵਾਲਿਆ, ਆਪਣੇ ਜੀਵਨ ਵਿੱਚ ਤੇਰਾ ਕਰਮ ਕੀ ਹੈ, ਸੁੱਖਾਂ ਦੀ ਦਾਤ ਵੰਡਣੀ ਤੇਰਾ ਕਰਮ ਹੈ।
ਇਸ ਕਰਕੇ ਮੇਰੇ ਸਤਿਗੁਰੂ ਜੀ ਆ ਪਾਵਨ ਬਚਨ ਸਾਡੀ ਝੋਲੀ ਵਿੱਚ ਪਾ ਰਹੇ ਨੇ। ਕਹਿੰਦੇ ਪਿਆਰਿਆ, ਅਨ ਦਿਨ RAM ਕੇ ਗੁਣ ਕਹੀਐ ਕਿਵੇਂ ਕਹਿਣੇ ਨੇ। ਪਾਤਸ਼ਾਹ ਜੀ ਕਹਿੰਦੇ ਭਾਈ ਰੇ RAM ਕਹੋ ਚਿਤ ਲਾਏ। ਹੇ ਭਾਈ, ਆਪਣੇ ਮਾਲਕ ਦੇ ਗੁਣ ਕਹਿ, ਕਿਵੇਂ ਕਹਿਣੇ ਨੇ? ਚਿੱਤ ਲਾ ਕੇ। ਤਾਂ ਹੀ ਤੇ ਸਤਿਗੁਰੂ ਜੀ ਨੇ ਇਹ ਗੱਲਾਂ ਸਾਡੇ ਜੀਵਨ ਨੂੰ ਸਮਝਾਈਆਂ ਨੇ ਵੀ ਭਾਈ ਆਪਣੇ ਜੀਵਨ ਵਿੱਚ ਚਿੱਤ ਲਾ ਕੇ ਕਰਮ ਕਰਨਾ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ। ਮਨ ਚਿੰਦਿਆ ਫਲ ਪਾਵਣਾ ਹਉਮੈ ਵਿੱਚੋਂ ਜਾਏ। ਹੇ ਭਾਈ, ਆਪਣੇ ਜੀਵਨ ਵਿੱਚ ਸੇਵਾ ਵੀ ਕਰਨੀ ਹੈ, ਸਿਮਰਨ ਵੀ ਕਰਨਾ ਹੈ। ਪਾਤਸ਼ਾਹ ਜੀ ਕਹਿੰਦੇ ਕਰਨ ਦਾ ਤਰੀਕਾ ਇਹੀ ਹੈ, ਚਿੱਤ ਲਾ ਕੇ ਕਰਿਆ ਕਰ। ਆਪਣੇ ਮਾਲਕ ਦੇ ਚਰਨਾਂ ਨਾਲ ਤੇਰਾ ਚਿੱਤ ਜੁੜਿਆ ਹੋਣਾ ਚਾਹੀਦਾ ਹੈ, ਫਿਰ ਕੀਤਾ ਗਿਆ ਸਿਮਰਨ, ਕੀਤੀ ਗਈ ਸੇਵਾ ਸਫਲੀ ਹੈ। ਨਹੀਂ ਤੇ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਨੇ ਚਿੱਤ ਨਹੀਂ ਨਾ ਲਾਇਆ, ਸੇਵਾ ਕੀਤੀ ਪਰ ਸੇਵਾ ਦਾ ਹੀ ਅਹੰਕਾਰ ਕਰ ਲਿਆ। ਮੇਰੇ ਵਰਗਾ ਸੇਵਕ ਕੋਈ ਨਹੀਂ। ਸਿਮਰਨ ਕੀਤਾ ਤੇ ਸਿਮਰਨ ਦਾ ਅਹੰਕਾਰ ਕਰਕੇ ਬੈਠ ਗਿਆ। ਮੇਰੇ ਜਿੰਨੀ ਬਾਣੀ, ਮੇਰੇ ਜਿੰਨਾ ਸਿਮਰਨ ਕਿਸੇ ਨੇ ਕਰ ਲੈਣਾ? ਪਾਤਸ਼ਾਹ ਜੀ ਕਹਿੰਦੇ ਆਪਣੀ ਕੀਤੀ ਗਈ ਸੇਵਾ ਅਤੇ ਸਿਮਰਨ ਦਾ ਅਹੰਕਾਰ ਤਦੋਂ ਹੀ ਜੀਵਨ ਵਿੱਚ ਪੈਦਾ ਹੁੰਦਾ ਜਦੋਂ ਚਿੱਤ ਲਾ ਕੇ ਨਹੀਂ ਕੀਤਾ ਜਾਂਦਾ। ਜਿਹੜੇ ਚਿੱਤ ਲਾ ਕੇ ਆਪਣੇ ਮਾਲਕ ਦੀ ਸੇਵਾ, ਆਪਣੇ ਮਾਲਕ ਦਾ ਸਿਮਰਨ ਕਰਦੇ ਨੇ, ਪਾਤਸ਼ਾਹ ਜੀ ਕਹਿੰਦੇ ਮਨ ਚਿੰਦਿਆ ਫਲ ਪਾਵਣਾ। ਜਿਵੇਂ ਇੱਥੇ ਸ਼ਬਦ ਕਹੇ ਨਾ ਕਿ ਅਨ ਦਿਨ RAM ਕੇ ਗੁਣ ਕਹੀਐ। ਭਾਈ, ਆਪਣੇ ਮਾਲਕ ਦੇ ਗੁਣ ਜਿਹੜੇ ਨੇ ਨਾ, ਉਹ ਹਰ ਰੋਜ਼ ਕਿਹਾ ਕਰ। ਹਰ ਰੋਜ਼ ਉਸ ਮਾਲਕ ਦੇ ਨਾਮ ਨੂੰ ਆਪਣੇ ਜੀਵਨ ਵਿੱਚ ਜਪਿਆ ਕਰ। ਹਰ ਰੋਜ਼ ਉਸ ਮਾਲਕ ਦੇ ਗੁਣ ਗਾਇਆ ਕਰ। ਫਿਰ ਗੁਣ ਗਾਉਣ ਦੀ ਬਰਕਤ ਦੇ ਨਾਲ ਸਗਲ ਪਦਾਰਥ ਸਰਬ ਸੂਖ ਸਿੱਧ, ਮਨ ਵਾਂਛਿਤ ਫਲ ਲਹੀਐ ਰਹਾਓ। ਫਿਰ ਤੇ ਸਾਰੇ ਪਦਾਰਥ, ਸਾਰੇ ਸੁੱਖ, ਹਰ ਇੱਕ ਸਫਲਤਾ, ਮਨ ਇੱਛਤ ਫਲ ਤੂੰ ਪ੍ਰਾਪਤ ਕਰ ਲੈ ਸਮਝ, ਜੇ ਕਿਤੇ ਹਰ ਰੋਜ਼ ਆਪਣੇ ਰਮੇ ਹੋਏ ਮਾਲਕ ਦੇ ਗੁਣ ਗਾਉਣ ਲੱਗ ਪਿਆ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਆਹ ਬਚਨ ਸਾਡੀ ਝੋਲੀ ਵਿੱਚ ਪਾਏ ਨੇ। ਕਹਿੰਦੇ ਧਿਆਨ ਵਿੱਚ ਰੱਖ, ਆਪਣੇ ਮਾਲਕ ਦੇ ਗੁਣ ਕਿਵੇਂ ਗਾਉਣੇ ਨੇ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਵੀ ਇਹ ਪਾਵਨ ਬਚਨ ਬਖਸ਼ਿਸ਼ ਕੀਤੇ ਨੇ। ਕਹਿੰਦੇ ਗੁਣ ਕਹੋ ਹਰ ਲਹੋ, ਕਰ ਸੇਵਾ ਸਤਿਗੁਰ ਇਵ ਹਰ ਹਰ ਨਾਮ ਧਿਆਈ। ਹੇ ਭਾਈ, ਆਪਣੇ ਮਾਲਕ ਦੇ ਗੁਣ ਕਹਿਣੇ ਨੇ, ਗੁਣ ਕਿਹਾ ਕਰ। ਇਸ ਤਰ੍ਹਾਂ ਆਪਣੇ ਮਾਲਕ ਦੇ ਚਰਨਾਂ ਨਾਲ ਆਪਣੇ ਆਪ ਨੂੰ ਜੋੜਿਆ ਕਰ। ਕਿਵੇਂ ਜੀ ਗੁਣ ਕਹਿਣੇ ਨੇ, ਕਿਵੇਂ ਆਪਣੇ ਮਾਲਕ ਪਰਮੇਸ਼ਰ ਦੇ ਚਰਨਾਂ ਨਾਲ ਜੁੜਨਾ? ਕਹਿੰਦੇ ਕਰ ਸੇਵਾ ਸਤਿਗੁਰ। ਜਿਹੜੀ ਮਰਿਆਦਾ, ਜੋ ਸਿਧਾਂਤ, ਜੋ ਰਸਤਾ, ਜੋ ਮਾਰਗ, ਜੋ ਸਿੱਖਿਆ ਗੁਰੂ ਨੇ ਦੱਸੀ ਹੈ ਨਾ, ਉਸ ਸਿੱਖਿਆ ਅਨੁਸਾਰ, ਉਸ ਮਰਿਆਦਾ ਅਨੁਸਾਰ ਪਿਆਰਿਆ ਆਪਣਾ ਜੀਵਨ ਬਣਾ। ਗੁਰੂ ਦੀ ਕਹੀ ਗਈ ਹਰ ਇੱਕ ਗੱਲ ਨੂੰ ਪ੍ਰਵਾਨ ਕਰ। ਕਹਿੰਦੇ ਇਹੋ ਤਰੀਕਾ ਹੈ ਆਪਣੇ ਮਾਲਕ ਦੇ ਗੁਣ ਗਾਉਣ ਦਾ, ਆਪਣੇ ਮਾਲਕ ਦੀ ਸਿਫਤ ਸਲਾਹ ਕਰਨ ਦਾ। ਇਹੀ ਤਰੀਕਾ ਹੈ। ਗੁਣ ਕਹੋ ਹਰ ਲਹੋ, ਕਰ ਸੇਵਾ ਸਤਿਗੁਰ ਇਵ। ਕਹਿੰਦੇ ਇਸ ਤਰੀਕੇ ਨਾਲ, ਇਵ ਹਰ ਹਰ ਨਾਮ ਧਿਆਈ। ਭਾਈ, ਇਸ ਤਰੀਕੇ ਦੇ ਨਾਲ ਆਪਣੇ ਮਾਲਕ ਨੂੰ ਧਿਆਇਆ ਕਰ। ਜਿਹੜਾ ਆਹ ਤਰੀਕਾ ਗੁਰੂ ਨੇ ਆਪਣੇ ਸ਼ਬਦਾਂ ਦੇ ਰਾਹੀਂ, ਆਪਣੇ ਇਤਿਹਾਸ ਦੇ ਰਾਹੀਂ, ਆਪਣੇ ਜੀਵਨ ਦੇ ਰਾਹੀਂ ਤੈਨੂੰ ਦੱਸਿਆ ਹੈ।
ਇਸ ਕਰਕੇ ਮੇਰੇ ਪਾਤਸ਼ਾਹ ਜੀ ਕਹਿੰਦੇ ਰੱਬ ਦੇ ਗੁਣ ਕਹਿਣੇ ਨੇ ਗੁਰੂ ਦੇ ਬਚਨਾਂ ਅਨੁਸਾਰ। ਕਦੋਂ ਕਹਿਣੇ ਨੇ ਪਾਤਸ਼ਾਹ ਜੀ ਕਹਿੰਦੇ ਅੰਨ ਦਿਨ, ਦਿਨ ਦੇ ਵਿੱਚ ਕੋਈ ਵੀ ਵੇਲਾ ਹੋਵੇ, ਹਰ ਰੋਜ਼ ਹਰ ਇੱਕ ਸਮੇਂ ਆਪਣੇ ਮਾਲਕ ਦੇ ਗੁਣ ਉਚਾਰਨ ਕਰਿਆ ਕਰ। ਤੇ ਜਿਸ ਦਿਨ ਤੂੰ ਆਪਣੇ ਮਾਲਕ ਦੇ ਗੁਣ ਉਚਾਰਨ ਕਰਨ ਲੱਗ ਪਿਆ ਤੇ ਪਾਤਸ਼ਾਹ ਜੀ ਨੇ ਫਿਰ ਗੱਲਾਂ ਸਮਝਾਈਆਂ। ਕਹਿੰਦੇ ਜਦੋਂ ਗੁਣ ਗਾਵੇਂਗਾ ਨਾ, ਗੁਣ ਗਾਵਤ ਤੇਰੀ ਉਤਰ ਸਮੈਲ, ਫਿਰ ਜੀਵਨ ਦੇ ਵਿੱਚੋਂ ਵਿਕਾਰਾਂ, ਭਰਮਾਂ, ਕਰਮ ਕਾਂਡਾਂ ਦੀ, ਮੰਦੇ ਕਰਮਾਂ ਦੀ ਜਿਹੜੀ ਮੈਲ ਹੈ ਇਹ ਖਤਮ ਹੋਵੇਗੀ। ਬਸ ਆਪਣੀ ਜ਼ਿੰਦਗੀ ਦੇ ਅੰਦਰ ਇਸ ਗੱਲ ਨੂੰ ਪਕੜ ਵਿੱਚ ਲਿਓ, ਗੁਣ ਗਾਉਣ ਦੇ ਨਾਲ ਮੈਲ ਉਤਰਦੀ ਹੈ। ਜੇ ਵਾਹਿਗੁਰੂ ਵਾਹਿਗੁਰੂ ਕਹਿ ਕੇ ਅਸੀਂ ਭੈੜੇ ਕਰਮ ਛੱਡ ਰਹੇ ਹਾਂ ਤੇ ਕਹਿ ਦਈਏ ਗੁਣ ਗਾਉਣੇ ਸਫਲੇ ਹੋ ਗਏ। ਜੇ ਵਾਹਿਗੁਰੂ ਵਾਹਿਗੁਰੂ ਕਹਿਣ ਤੋਂ ਬਾਅਦ ਵੀ ਰਿਸ਼ਵਤਖੋਰੀ, ਠੱਗੀ, ਚੋਰੀ ਵਾਲਾ ਜੀਵਨ ਹੈ ਨਾ ਪਿਆਰਿਓ, ਫਿਰ ਚੇਤੇ ਰੱਖਿਓ ਰੱਬ ਦੇ ਗੁਣ ਗਾਈ ਨਹੀਂ, ਰੱਬ ਦੇ ਗੁਣ ਨਹੀਂ ਗਾਏ। ਜਿਨ੍ਹਾਂ ਨੇ ਆਪਣੇ ਮਾਲਕ ਦੇ ਗੁਣ ਗਾਏ ਨੇ ਉਹਨਾਂ ਦਾ ਜੀਵਨ ਕੀ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਸਾ ਕੀ ਵਾਰ ਦੀ 7ਵੀਂ ਪੌੜੀ ਦੇ ਵਿੱਚ ਜਦੋਂ ਗੱਲ ਕੀਤੀ ਨਾ, ਉਦੋਂ ਇਹ ਸ਼ਬਦ ਕਹੇ ਸੀ। ਪਾਤਸ਼ਾਹ ਜੀ ਕਹਿੰਦੇ ਸੇਵ ਕੀਤੀ ਸੰਤੋਖਈ, ਜਿਨੀ ਸੱਚੋ ਸੱਚ ਧਿਆਇਆ। ਹੇ ਭਾਈ, ਜਿਨ੍ਹਾਂ ਨੇ ਸਦਾ ਸਥਿਰ ਰਹਿਣ ਵਾਲੇ ਮਾਲਕ ਨੂੰ ਧਿਆਨ ਵਿੱਚ ਰੱਖ ਕੇ ਆਪਣੇ ਮਾਲਕ ਦੇ ਗੁਣ ਗਾਉਣ ਵਾਲੀ ਸੇਵਾ ਕੀਤੀ ਹੈ ਨਾ, ਜਿਨ੍ਹਾਂ ਨੇ ਸਦਾ ਸਥਿਰ ਰਹਿਣ ਵਾਲੇ ਮਾਲਕ ਦੇ ਗੁਣ ਗਾਉਣ ਵਾਲੀ ਸੰਤੋਖ ਵਿੱਚ ਰਹਿ ਕੇ ਸੇਵਾ ਕੀਤੀ ਹੈ, ਉਹਨਾਂ ਦਾ ਜੀਵਨ ਪਤਾ ਕੀ ਹੈ। ਸੇਵ ਕੀਤੀ ਸੰਤੋਖਈ, ਜਿਨੀ ਸੱਚੋ ਸੱਚ ਧਿਆਇਆ, ਓਨੀ ਮੰਦੇ ਪੈਰ ਨਾ ਰੱਖਿਓਨ, ਕਰ ਸੁਕ੍ਰਿਤ ਧਰਮ ਕਮਾਇਆ। ਆ ਦੋ ਪੰਕਤੀਆਂ ਨੂੰ ਧਿਆਨ ਵਿੱਚ ਰੱਖ ਲਿਓ। ਜਿਨ੍ਹਾਂ ਨੇ ਰੱਬ ਦੇ ਗੁਣ ਗਾਏ ਨੇ, ਜਿਨ੍ਹਾਂ ਨੇ ਮਾਲਕ ਦਾ ਸਿਮਰਨ ਕੀਤਾ ਹੈ, ਜਿਨ੍ਹਾਂ ਨੇ ਪਰਮੇਸ਼ਰ ਦੀ ਬੰਦਗੀ ਕੀਤੀ ਹੈ, ਤੇ ਪਾਤਸ਼ਾਹ ਜੀ ਕਹਿੰਦੇ ਉਹਨਾਂ ਦੇ ਜੀਵਨ ਦੀ ਪਛਾਣ ਹੀ ਇਹ ਹੈ, ਉਹ ਮੰਦੇ ਰਸਤੇ ਤੇ ਪੈਰ ਹੀ ਨਹੀਂ ਰੱਖਦੇ, ਮਾੜੇ ਕਰਮਾਂ ਵੱਲ ਜਾਂਦੇ ਹੀ ਨਹੀਂ ਲੋ। ਕਿਉਂਕਿ ਗੁਣ ਗਾਵਤ ਤੇਰੀ ਉਤਰ ਸਮੈਲ, ਉਹਨਾਂ ਦੀ ਰੱਬ ਦੇ ਗੁਣ ਗਾਉਣ ਕਰਕੇ ਭੈੜੇ ਕਰਮਾਂ ਦਾ ਜਿਹੜਾ ਜੀਵਨ ਵਿੱਚ ਗੰਦ ਪਿਆ ਹੋਇਆ ਸੀ ਨਾ, ਉਹ ਸਾਰਾ ਹੀ ਖਤਮ ਹੋ ਗਿਆ। ਤੇ ਪਾਤਸ਼ਾਹ ਜੀ ਕਹਿੰਦੇ ਬਸ ਆਹ ਪੰਕਤੀਆਂ ਸਾਹਮਣੇ ਰੱਖ ਕੇ ਆਪਣੇ ਜੀਵਨ ਦੀ ਪੜਚੋਲ ਕਰ ਲੈ ਭਾਈ, ਰੱਬ ਦੇ ਗੁਣ ਗਾਏ ਵੀ ਨੇ ਕਿ ਨਹੀਂ। ਕਿਤੇ ਇਹ ਨਾ ਹੋਵੇ ਖੰਡ ਖੰਡ ਕਹੀ ਜਾਵੇਂ, ਸਵਾਦ ਤੇ ਮਿੱਠਾ ਨਹੀਂ ਆਇਆ, ਫਿਰ ਲਾਭ ਕੀ। ਇਸ ਕਰਕੇ ਆਪਣੇ ਜੀਵਨ ਦੇ ਅੰਦਰ ਧਿਆਨ ਵਿੱਚ ਰੱਖ, ਰੱਬ ਦੇ ਗੁਣ ਗਾਉਣ ਵਾਲਿਆ, ਤੇਰੇ ਭੈੜੇ ਕਰਮ ਖਤਮ ਹੋ ਰਹੇ ਨੇ ਕਿ ਨਹੀਂ। ਤੂੰ ਭੈੜੇ ਕਰਮਾਂ ਤੋਂ ਤੌਬਾ ਕਰਦਾ ਹੈ ਕਿ ਨਹੀਂ, ਭੈੜੇ ਕਰਮਾਂ ਤੋਂ ਪਾਸਾ ਵੱਟਦਾ ਹੈ ਕਿ ਨਹੀਂ। ਨਹੀਂ ਤੇ ਅੱਜ ਹਾਲਾਤ ਬਿਲਕੁਲ ਉਲਟ ਨੇ। ਬਸ ਗੁਰੂ ਘਰਾਂ ਦੇ ਵਿੱਚ ਵੈਸੇ ਤੇ ਆਪਾਂ ਰੋਜ਼ ਅਰਦਾਸ ਬੇਨਤੀ ਕਰਦੇ ਹਾਂ ਕਿ ਮੇਰੇ ਮਾਲਕ ਜੀ ਕਿਰਪਾ ਕਰੋ, ਗੁਰਧਾਮਾਂ ਦੇ ਦਰਸ਼ਨ ਦਿਦਾਰਿਆਂ ਦੀ ਦਾਤ ਬਖਸ਼ੋ। ਇਹ ਸਿੱਖ ਦੀ ਅਰਦਾਸ ਹੈ ਰੋਜ਼ਾਨਾ ਦੀ, ਵੀ ਜਿਹੜੇ ਪਾਵਨ ਅਸਥਾਨ ਨੇ ਤੁਹਾਡੇ, ਉਹਨਾਂ ਦੇ ਦਰਸ਼ਨ ਦਿਦਾਰੇ ਸਾਨੂੰ ਪ੍ਰਾਪਤ ਹੋਣ। ਇਹ ਅਰਦਾਸ ਬੇਨਤੀ ਆਪਾਂ ਰੋਜ਼ ਕਰਦੇ ਹਾਂ। ਤੇ ਖਿਆਲ ਕਰਿਓ ਬਹੁਤਾਤ ਲੋਕ ਨੇ ਜਿਹੜੇ ਗੁਰਧਾਮਾਂ ਦੇ ਦਰਸ਼ਨ ਤੇ ਕਰਨ ਜਾਂਦੇ ਨੇ, ਪਰ
ਉੱਥੇ ਜਾ ਕੇ ਸਿੱਖਿਆ ਕੱਖ ਵੀ ਨਹੀਂ ਹੈ। ਜਿਵੇਂ ਹੁਣ ਵੀ ਹੋਲੇ ਮਹੱਲੇ ਤੇ ਅਨੇਕਾਂ ਲੋਕ ਗਏ ਨੇ ਤੇ ਆਪਣੇ ਵੱਲੋਂ ਰੌਲਾ ਪਾਉਂਦੇ ਗਏ ਤੇ ਰੌਲਾ ਪਾਉਂਦੇ ਆ ਗਏ। ਭੈੜਾ ਜੀਵਨ ਤੇ ਛੱਡਿਆ ਹੀ ਕੋਈ ਨਹੀਂ ਨਾ। ਜੋ ਗੁਰੂ ਨੇ ਹੋਲੇ ਮਹੱਲੇ ਦਾ ਤਿਉਹਾਰ ਦੇਖ ਕੇ ਜੀਵਨ ਬਖਸ਼ਿਆ ਸੀ, ਉਹ ਗੁਣ ਤੇ ਅੰਦਰ ਆਈ ਕੋਈ ਨਹੀਂ। ਇਹਦਾ ਮਤਲਬ ਹਾਲੇ ਤੱਕ ਵੀ ਅਸੀਂ ਆਪਣੇ ਗੁਰੂ ਦੇ ਅਸਥਾਨ ਦੇ ਦਰਸ਼ਨ ਨਹੀਂ ਕਰ ਸਕੇ। ਆਪਣੇ ਗੁਰੂ ਦੇ ਦਰਸ਼ਨ ਦਿਦਾਰੇ ਪ੍ਰਾਪਤ ਨਹੀਂ ਹੋ ਸਕੇ। ਗੁਰਧਾਮਾਂ ਦੇ ਉੱਪਰ ਜਾਣਾ ਵੀ ਸਾਡੇ ਜੀਵਨ ਦੇ ਵਿੱਚ ਸਫਲਾ ਨਹੀਂ ਹੋ ਸਕਿਆ, ਕਿਉਂਕਿ ਉੱਥੇ ਜਾ ਕੇ ਕੁਝ ਸਿੱਖਣਾ ਸੀ। ਉੱਥੇ ਜਾ ਕੇ ਗੁਣ ਲੈਣੇ ਸੀ ਵੀ ਆਹ ਜਿਹੜਾ ਮਹਾਨ ਅਸਥਾਨ ਪ੍ਰਗਟ ਹੋਇਆ, ਇਹਦਾ ਪਿਛੋਕੜ ਕੀ ਹੈ, ਇਹਦਾ ਇਤਿਹਾਸ ਕੀ ਹੈ, ਇੱਥੇ ਜਿਹੜੇ ਰੱਬੀ ਪਿਆਰੇ ਆਏ ਨੇ ਉਹਨਾਂ ਦੀ ਕਰਨੀ ਕੀ ਸੀ। ਇਹ ਗੱਲ ਨੂੰ ਪੜ੍ਹ ਕੇ ਸੁਣ ਕੇ ਆਪਣਾ ਜੀਵਨ ਉਸੇ ਤਰ੍ਹਾਂ ਹੀ ਬਣਾਉਣਾ ਸੀ, ਪਰ ਸਿੱਖਿਆ ਕੁਝ ਵੀ ਨਹੀਂ। ਤੇ ਪਾਤਸ਼ਾਹ ਜੀ ਕਹਿੰਦੇ ਫਿਰ ਲਾਭ ਕੀ ਹੋਇਆ। ਹਾਲਤ ਤੇ ਇਹੀ ਹੋ ਗਈ ਨਾ ਕਿ ਲੌਕੀ 68 ਤੀਰਥ ਨਹਾਈ, ਕੌਰਾ ਪੰਨ ਤਉ ਨਾ ਜਾਈ। ਤੂੰ ਗਿਆ ਤੇ ਹੈ ਧਾਰਮਿਕ ਸਥਾਨਾਂ ਦੇ ਉੱਪਰ, ਕਹਿੰਦੇ ਆਪਣੇ ਜੀਵਨ ਦੇ ਭੈੜੇ ਕਰਮਾਂ ਦੀ ਕੁੜੱਤਣ ਤੇ ਤਿਆਗੀ ਕੋਈ ਨਹੀਂ। ਜਾਣ ਦਾ ਕੀ ਲਾਭ ਹੋਇਆ। ਪਿਆਰਿਆ ਧਿਆਨ ਵਿੱਚ ਰੱਖ, ਰੱਬ ਦੇ ਗੁਣ ਗਾਉਣੇ ਨੇ ਤੇ ਰੱਬ ਦੇ ਗੁਣ ਗਾ ਕੇ ਕਰਨਾ ਕੀ ਹੈ। ਸਾਹਿਬ ਜੀ ਕਹਿੰਦੇ ਜਿਨ੍ਹਾਂ ਨੇ ਗੁਣ ਗਾਏ, ਜਿਨ੍ਹਾਂ ਨੇ ਮਾਲਕ ਦੇ ਗੁਣ ਗਾਏ ਨੇ, ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨਿਸ਼ਾਨੀਓ ਇਹ ਹੈ, ਉਨੀ ਮੰਦੇ ਪੈਰ ਨਾ ਰੱਖੇ ਉਹਨੂੰ। ਲੋ ਪਕੜ ਵਿੱਚ ਲੈ ਲਿਓ ਗੱਲ। ਹੁਣ ਤੱਕ ਸਾਡਾ ਕੀਤਾ ਗਿਆ ਸੇਵਾ ਤੇ ਸਿਮਰਨ ਸਫਲ ਹੋਇਆ ਜਾਂ ਨਹੀਂ ਹੋਇਆ, ਇਹਦੀ ਤਸਵੀਰ ਆਪਣੇ ਆਪਣੇ ਕਰਮਾਂ ਵਿੱਚੋਂ ਵੇਖ ਲਓ। ਜੇ ਅਸੀਂ ਪਹਿਲਾਂ ਭੈੜੇ ਕਰਮ ਕਰਦੇ ਸੀ, ਗੁਰੂ ਦਰ ਉੱਪਰ ਆਉਣ ਲੱਗ ਪਏ, ਬਾਣੀ ਸੁਣਨ ਲੱਗ ਪਏ, ਬਾਣੀ ਪੜ੍ਹਨ ਲੱਗ ਪਏ, ਜੇ ਉਹ ਭੈੜੇ ਕਰਮ ਤਿਆਗ ਦਿੱਤੇ, ਫਿਰ ਤੇ ਬਾਣੀ ਪੜ੍ਹਨੀ, ਸੇਵਾ ਕਰਨੀ ਸਾਡੀ ਸਫਲ ਹੀ ਹੋ ਗਈ। ਤੇ ਜੇ ਜੀਵਨ ਹੀ ਇਹ ਹੈ, ਜਿਵੇਂ ਕਹਾਵਤ ਜਿਹੜੀ ਘੜੀ ਗਈ ਨਾ, ਉਹ ਕਿਸੇ ਦੇ ਜੀਵਨ ਨੂੰ ਦੇਖ ਕੇ ਕਹੀ ਗਈ ਕਿ ਮੂੰਹ ਬਗਲ ਮੇਂ ਛੁਰੀ, ਮੂੰਹ ਸੇ ਰਾਮ ਰਾਮ। ਵੀ ਭਾਈ ਮੂੰਹ ਦੇ ਵਿੱਚੋਂ ਤੇ ਰੱਬ ਰੱਬ ਦੀਆਂ ਗੱਲਾਂ ਕਰਦਾ ਹੈ, ਪਰ ਅੰਦਰ ਜਿਹੜੀ ਹੈ ਹਾਲਤ, ਉਹ ਦੂਸਰੇ ਦਾ ਜੀਵਨ ਕਤਲ ਕਰਨ ਵਾਲੀ, ਲੁੱਟਣ ਵਾਲੀ। ਤੇ ਸਭ ਜੀ ਕਹਿੰਦੇ ਫਿਰ ਇਹਦਾ ਅਰਥ ਤੂੰ ਆਪਣੇ ਮਾਲਕ ਦੇ ਗੁਣ ਗਾਉਣੇ ਨਹੀਂ ਸਿੱਖੇ। ਤੂੰ ਗੁਣ ਤੇ ਗਾ ਰਿਹਾ ਹੈ, ਤੇਰੇ ਗੁਣ ਗਾਉਣੇ ਸਫਲੇ ਕੋਈ ਨਹੀਂ ਹੋ ਰਹੇ, ਬਿਰਥੇ ਜਾ ਰਹੇ ਨੇ। ਇਸ ਕਰਕੇ ਯਤਨ ਕਰਿਓ, ਰੱਬ ਦੇ ਗੁਣ ਗਾਉਣੇ ਨੇ, ਪਰ ਗੁਣ ਗਾ ਕੇ ਆਪਣੀ ਮੈਲ ਛੱਡਣੀ, ਆਪਣੇ ਜੀਵਨ ਦੇ ਭੈੜੇ ਕਰਮਾਂ ਨੂੰ ਤਿਆਗਣਾ। ਫਿਰ ਕਹਿ ਸਕਦੇ ਹਾਂ ਅਸੀਂ ਗੁਣ ਗਾਏ ਨੇ। ਕਿਉਂਕਿ ਜਿਵੇਂ ਖੰਡ ਖੰਡ ਕਹੀ, ਖੰਡ ਪ੍ਰਾਪਤ ਕਰ ਲਈ, ਫਿਰ ਜੀਭ ਤੇ ਰੱਖੀ, ਉਹ ਖੰਡ ਦਾ ਸਵਾਦ ਆ ਗਿਆ। ਇਸੇ ਤਰ੍ਹਾਂ ਰੱਬ ਦੇ ਗੁਣ ਕਹਿਣੇ ਨੇ ਤੇ ਗੁਣਾਂ ਦਾ ਸਵਾਦ ਲੈਣਾ ਹੈ, ਰਸ ਲੈਣਾ ਹੈ। ਫਿਰ ਹੀ ਆਪਾਂ ਕਹਿ ਸਕਦੇ ਹਾਂ ਵੀ ਵਾਕਈ। ਤਾਂ ਹੀ ਤੇ ਗੁਰੂ ਕੀ ਬਾਣੀ ਵਿੱਚ ਉਦਾਹਰਨਾਂ ਦਿੱਤੀਆਂ ਗਈਆਂ ਬੜੀਆਂ। ਕਹਿੰਦੇ ਪਿਆਰਿਆ ਜਿਨ੍ਹਾਂ ਨੇ ਅਸਲ ਵਿੱਚ ਰੱਬ ਦੇ ਗੁਣ ਕਹੇ ਨੇ, ਉਹ ਰੱਬ ਵਰਗੇ ਹੋ ਗਏ। ਤਾਂ ਹੀ ਸ਼ਬਦ ਕਹੇ ਨੇ, ਜਿਵੇਂ ਚੰਦਨ ਦਾ ਬੂਟਾ ਹੈ, ਚੰਦਨ ਦੇ ਬੂਟੇ ਕੋਲ ਕਈ ਹੋਰ ਦਰਖਤ ਖੜੇ ਨੇ। ਮੇਰੇ ਪਾਤਸ਼ਾਹ ਜੀ ਕਹਿੰਦੇ ਜਦੋਂ ਚੰਦਨ ਦੀ ਸੁਗੰਧੀ ਨੂੰ ਆਪਣੇ ਅੰਦਰ ਟਿਕਾ ਲਿਆ, ਫਿਰ ਚੰਦਨ ਵਰਗੇ ਹੋ ਗਏ। ਫਿਰ ਤੇ ਕਿਹਾ ਜਾ ਸਕਦਾ ਵੀ ਹਾਂ ਵਾਕਈ
ਇਹ ਚੰਦਨ ਦੀ ਸੁਗੰਧੀ ਪ੍ਰਾਪਤ ਹੋ ਗਈ। ਇਹਨੇ ਚੰਦਨ ਦੀ ਸੰਗਤ ਕੀਤੀ ਕਿਉਂਕਿ ਉਹਨਾਂ ਦੇ ਕੋਲੋਂ ਚੰਦਨ ਦਾ ਗੁਣ ਆ ਗਿਆ, ਉਹਨਾਂ ਦੇ ਵਿੱਚੋਂ ਉਹ ਸੁਗੰਧੀ ਸਾਨੂੰ ਪ੍ਰਾਪਤ ਹੋਣ ਲੱਗ ਪਈ। ਜਿਵੇਂ ਭਾਈ ਲਹਿਣਾ ਜੀ ਗੁਰੂ ਨਾਨਕ ਦੀ ਸੰਗਤ ਕਰਦੇ ਨੇ ਤੇ ਸਿੱਧ ਜੋਗੀ ਆਏ ਸੀ, ਕਹਿੰਦੇ ਵੇਖੀਏ ਤਾਂ ਸਹੀ ਇਹਦੇ ਅੰਦਰ ਨਾਨਕ ਜੀ ਹੈ ਵੀ ਕਿ ਨਹੀਂ। ਆਏ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਨਾਲ ਵਿਚਾਰ ਚਰਚਾ ਹੋਈ, ਤੇ ਜਦੋਂ ਵਿਚਾਰ ਚਰਚਾ ਕਰਕੇ ਹਟੇ ਨਾ ਹੱਥ ਜੋੜ ਦਿੱਤੇ, ਕਹਿੰਦੇ ਵਾਕਈ ਸਰੀਰ ਹੀ ਬਦਲਿਆ, ਗੁਰੂ ਨਾਨਕ ਦੀ ਜੋਤ ਤੁਹਾਡੇ ਅੰਦਰ ਹੀ ਹੈ। ਸਰੀਰ ਹੀ ਬਦਲਿਆ, ਗੁਰੂ ਨਾਨਕ ਨਹੀਂ ਬਦਲਿਆ। ਇਸੇ ਕਰਕੇ ਸ਼ਬਦ ਕਹੇ ਸਨ ਭਾਈ ਗੁਰਦਾਸ ਜੀ ਨੇ, ਕਹਿੰਦੇ ਗੁਰ ਅੰਗਦ ਗੁਰ ਅੰਗ ਤੇ ਦੀਵੇ ਤੇ ਜਿਉਂ ਦੀਵਾ ਵਾਲਿਆ। ਹੇ ਭਾਈ, ਜਿਵੇਂ ਇੱਕ ਬੁਝਿਆ ਹੋਇਆ ਦੀਵਾ ਜਗਦੇ ਹੋਏ ਦੀਵੇ ਦੀ ਸੰਗਤ ਕਰਕੇ ਉਹਦੇ ਵਰਗਾ ਹੀ ਗੁਣ ਲੈ ਲੈਂਦਾ ਨਾ। ਹੁਣ ਫਰਕ ਰਿਹਾ ਜੀ ਦੀਵੇ ਵਿੱਚ। ਦੀਵਾ ਬੁਝਿਆ ਹੋਇਆ ਸੀ, ਜਦੋਂ ਜਗਦੇ ਹੋਏ ਦੀਵੇ ਨਾਲ ਜੁੜ ਗਿਆ, ਉਹੀ ਗੁਣ ਬੁਝੇ ਹੋਏ ਦੀਵੇ ਕੋਲ ਆ ਗਿਆ ਕਿ ਨਹੀਂ। ਹੁਣ ਫਿਰ ਆਪਾਂ ਕਵਾਂਗੇ ਵਾਕਈ ਇਸ ਬੁਝੇ ਹੋਏ ਦੀਵੇ ਨੇ ਜਗਦੇ ਹੋਏ ਦੀਵੇ ਦੀ ਸੰਗਤ ਕਰ ਲਈ, ਕਿਉਂਕਿ ਜੋ ਗੁਣ ਜਗਦੇ ਹੋਏ ਦੀਵੇ ਕੋਲ ਨੇ ਉਹੀ ਗੁਣ ਬੁਝੇ ਹੋਏ ਦੀਵੇ ਕੋਲ ਆ ਗਿਆ। ਫਿਰ ਕਹਿ ਸਕਦੇ ਹਾਂ ਵੀ ਹਾਂ ਇਹਨੇ ਗੁਣ ਗਾਏ ਨੇ, ਗੁਣ ਲੈ ਲਏ ਨੇ, ਇਹ ਗੁਣਾਂ ਵਾਲਾ ਬਣ ਗਿਆ। ਬਸ ਸਤਿਗੁਰੂ ਜੀ ਨੇ ਇਹ ਗੱਲਾਂ ਸਮਝਾਈਆਂ, ਕਹਿੰਦੇ ਮਾਲਕ ਦੇ ਗੁਣ ਗਾਉਣ ਵਾਲਿਆ ਫਿਰ ਮਾਲਕ ਦੇ ਗੁਣਾਂ ਵਰਗਾ ਹੀ ਬਣੇਗਾ। ਆਪਣੇ ਮਾਲਕ ਦੇ ਗੁਣ ਹਰ ਰੋਜ਼ ਕਿਹਾ ਕਰ, ਤਾਂ ਕਿ ਉਹਦੇ ਗੁਣ ਤੇਰੀ ਜ਼ਿੰਦਗੀ ਵਿੱਚ ਆ ਸਕਣ, ਤੇ ਰੱਬ ਸਦੀਵੀ ਸੁਖੀ ਹੈ, ਫਿਰ ਤੂੰ ਵੀ ਸਦੀਵੀ ਸੁਖੀ ਰਵੇਂਗਾ। ਰੱਬ ਨੂੰ ਕਿਸੇ ਪਦਾਰਥ ਦੀ ਭੁੱਖ ਨਹੀਂ ਵਿਆਪਦੀ, ਫਿਰ ਤੈਨੂੰ ਵੀ ਕਿਸੇ ਪਦਾਰਥ ਦੀ ਘਾਟ ਨਹੀਂ ਵਿਆਪੇਗੀ। ਫਿਰ ਤੂੰ ਕਹੇਂਗਾ ਇਹ ਗੱਲ, ਮੇਰੇ ਮਾਲਕਾ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹਸ਼ੰਦਾ, ਤੁਧ ਸਭ ਕੁਛ ਮੈਨੂੰ ਸੌਂਪਿਆ, ਜਾਂ ਤੇਰਾ ਬੰਦਾ। ਲਖਮੀ ਟੋਟ ਨਾ ਆਵਈ, ਖਾਏ ਖਰਚ ਰਹੰਦਾ, ਆਨੰਦ ਭਇਆ ਸੁਖ ਪਾਇਆ, ਮਿਲ ਗੁਰ ਗੋਬਿੰਦਾ। ਅਨ ਦਿਨ ਰਾਮ ਕੇ ਗੁਣ ਕਹੀਐ, ਸਗਲ ਪਦਾਰਥ ਸਰਬ ਸੂਖ ਸਿੱਧ, ਮਨ ਵਾਂਛਤ ਫਲ ਲਹੀਐ ਰਹਾਉ। ਪਾਤਸ਼ਾਹ ਜੀ ਕਹਿੰਦੇ ਆਪਣੇ ਮਾਲਕ ਦੇ ਰੋਜ਼ ਗੁਣ ਗਾਇਆ ਕਰ ਭਈ, ਰੋਜ਼ ਗੁਣ ਉਚਾਰਨ ਕਰਿਆ ਕਰ, ਪਰ ਧਿਆਨ ਰੱਖੀ ਗੁਣ ਗਾਉਣ ਦਾ ਤਰੀਕਾ ਕੀ ਹੈ। ਇਹ ਗੱਲ ਗੁਰੂ ਦੇ ਦਰ ਉੱਪਰੋਂ ਸਿੱਖ ਕੇ ਜਾ। ਇਹ ਗੱਲ ਗੁਰੂ ਦੇ ਚਰਨਾਂ ਵਿੱਚ ਬੈਠ ਕੇ ਸਮਝ ਲੈ ਵੀ ਗੁਣ ਕਿਵੇਂ ਕਹਿਣੇ ਨੇ, ਗੁਣ ਕਿਵੇਂ ਉਚਾਰਨ ਕਰਨੇ ਨੇ, ਆਪਣੇ ਮਾਲਕ ਦੇ ਗੁਣ ਕਿਵੇਂ ਗਾਣੇ ਨੇ। ਤੇ ਗੁਰੂ ਅਰਜਨ ਸਾਹਿਬ ਜੀ ਨੇ ਬਚਨ ਕਹੇ ਸੀ ਨਾ, ਕਹਿੰਦੇ ਜੇ ਰੱਬ ਦੇ ਗੁਣ ਗਾਉਣੇ ਨੇ ਤੇ ਫਿਰ ਪਿਆਰਿਆ ਧਿਆਨ ਵਿੱਚ ਰੱਖ, ਠਾਕੁਰ ਗਾਈਐ ਆਤਮ ਰੰਗ, ਸ਼ਰਣੀ ਪਾਵਨ ਨਾਮ ਧਿਆਵਨ, ਸਹਿਜ ਸਮਾਵਨ ਸੰਗ। ਹੁਣ ਉੱਥੇ ਗੱਲ ਕਹੀ, ਕਹਿੰਦੇ ਠਾਕੁਰ ਗਾਈਐ ਆਤਮ ਰੰਗ। ਆਤਮ ਰੰਗ ਦਾ ਭਾਵ ਹੈ ਆਪਣੇ ਅੰਦਰੋਂ ਪ੍ਰੀਤ ਬਣਾ, ਦਿਲੋਂ ਆਪਣੇ ਮਾਲਕ ਦੇ ਗੁਣ ਗਾ। ਨਹੀਂ ਤੇ ਅਜਿਹੇ ਬਹੁਤ ਲੋਕ ਨੇ, ਜਿਨ ਮਨ ਹੋਰ ਮੁਖ ਹੋਰ, ਸੇ ਕਾਂਢੇ ਕੱਛੇ। ਇੱਦਾਂ ਤੇ ਗੁਣ ਗਾਉਣ ਵਾਲੇ ਬੜੇ ਨੇ, ਜਿਹੜੇ ਮਨ ਤੋਂ ਕੁਝ ਹੋਰ ਬਣ ਕੇ ਬੈਠੇ ਨੇ ਤੇ ਮੁਖ ਤੋਂ ਬੜੇ ਭਲੇ ਬਣ ਕੇ ਬੈਠੇ ਨੇ। ਜਿਵੇਂ ਬਗਲੇ ਦੀ ਉਦਾਹਰਨ ਦਿੱਤੀ ਨਾ ਪਿਆਰਿਓ, ਕਹਿੰਦੇ ਹੇ ਭਾਈ ਆ ਆਪਣੇ ਜੀਵਨ ਵਿੱਚ ਵੇਖੋ, ਬਗਲਾ ਜਿਹੜਾ ਹੈ ਬਾਹਰੋਂ ਬੜਾ ਚਿੱਟਾ ਬਣਾ ਕੇ ਬੈਠਾ, ਤੇ ਖਲੋਤਾ ਵੀ ਇਉਂ ਹੈ ਜਿਵੇਂ ਪਹਿਲੇ ਸਮਿਆਂ ਦੇ ਵਿੱਚ ਲੋਕ ਕਹਿੰਦੇ ਸੀ ਨਾ ਵੀ ਆਸਣ ਕਰਦਾ, ਇੱਕ ਲੱਤ ਦੇ ਭਾਰ ਤੇ ਖੜਾ ਤੇ ਬੜੀ ਭਗਤੀ ਕਰਦਾ ਰੱਬ ਦੀ।
ਉਹਨੂੰ ਕਹਿੰਦੇ ਜੀ ਭਗਤੀ ਬੜੀ ਕਰਦਾ ਹੈ, ਇਹਦੇ ਬੜਾ ਵੱਡਾ ਭਗਤ। ਕਹਿੰਦੇ ਹੁਣ ਬਗਲੇ ਨੂੰ ਵੇਖਾਂਗੇ, ਬਾਹਰੋਂ ਚਿੱਟਾ ਵੀ ਹੈ, ਇੱਕ ਲੱਤ ਦੇ ਭਾਰ ਵੀ ਖਲੋਤਾ, ਤੇ ਅੱਖਾਂ ਵੀ ਬੰਦ ਕੀਤੀਆਂ ਹੋਈਆਂ, ਅੱਖਾਂ ਵੀ ਥੋੜ੍ਹੀਆਂ ਜਿਹੀਆਂ ਚਾੜੀਆਂ ਹੋਈਆਂ, ਜਿਵੇਂ ਸੁਰਤ ਜੁੜੀ ਹੋਵੇ। ਤੇ ਸਤਿਗੁਰੂ ਜੀ ਨੇ ਉਦਾਹਰਨ ਦਿੱਤੀ, ਕਹਿੰਦੇ ਧਿਆਨ ਵਿੱਚ ਰੱਖੋ ਇਸ ਗੱਲ ਨੂੰ। ਬਗਲੇ ਦਾ ਬਾਹਰੀ ਰੂਪ ਤੇ ਇਉਂ ਜਾਪਦਾ ਵੀ ਇਹ ਕੋਈ ਬੰਦਗੀ ਕਰਦਾ ਪਿਆ, ਇਹ ਬਾਹਰੋਂ ਬੜਾ ਨਿਰਮਲ ਹੈ, ਕਹਿੰਦੇ ਪਰ ਅੰਦਰ ਦੀ ਬਿਰਤੀ ਕੀ? ਬੱਗਾਂ ਬੱਗੇ ਕੱਪੜੇ ਤੀਰਥ ਮੰਝ ਬਸੰਨ। ਕਹਿੰਦੇ ਬਗਲਾ ਜਿਹੜਾ ਹੈ ਨਾ, ਉਹ ਚਿੱਟੇ ਰੰਗ ਦਾ ਬਣ ਕੇ ਤੀਰਥ ਅਸਥਾਨ ਤੇ ਰਹਿਣ ਲੱਗ ਪਿਆ। ਜਿੱਥੇ ਧਾਰਮਿਕ ਅਸਥਾਨ ਹੈ ਨਾ, ਉੱਥੇ ਹੀ ਰਹਿਣ ਲੱਗ ਪਿਆ। ਬੱਗਾਂ ਬੱਗੇ ਕੱਪੜੇ ਤੀਰਥ ਮੰਝ ਵਸੰਨ। ਕਹਿੰਦੇ ਪਰ ਹੁਣ ਉਹ ਤੀਰਥ ਅਸਥਾਨ ਤੇ ਰਹਿ ਕੇ ਧਰਮੀ ਥੋੜ੍ਹੀ ਬਣ ਗਿਆ, ਕਿਉਂਕਿ ਉਹਨੇ ਆਪਣੇ ਜੀਵਨ ਦੇ ਅੰਦਰਲੇ ਭੈੜੇ ਗੁਣ ਨੂੰ ਤੇ ਔਗਣ ਨੂੰ ਛੱਡਿਆ ਕੋਈ ਨਹੀਂ। ਧਾਰਮਿਕ ਸਥਾਨ ਤੇ ਰਹਿਣ ਤੇ ਲੱਗ ਪਿਆ, ਪਰ ਜੋ ਉਹਦੇ ਅੰਦਰ ਦੇ ਭੈੜੀ ਨੀਅਤ ਸੀ ਉਹ ਥੋੜ੍ਹੀ ਛੱਡੀ ਹੈ। ਤੇ ਕੀ ਕਰਦਾ ਹੈ? ਤੀਰਥ ਅਸਥਾਨ ਦੇ ਉੱਪਰ ਰਹਿਣ ਤੋਂ ਬਾਅਦ ਵੀ ਘੁੱਟ ਘੁੱਟ ਜੀਆਂ ਖਾਵਨੇ ਬੱਗੇ ਨਾ ਕਹੀਆਂ ਨਾ। ਕਹਿੰਦੇ ਜਿਵੇਂ ਅੰਦਰ ਦੀ ਵਰਤੀ ਹੈ ਜੀਵਾਂ ਨੂੰ ਕੋਹ ਕੇ ਮਾਰ ਕੇ ਖਾਣ ਵਾਲੀ, ਹੁਣ ਉਹਨੂੰ ਬੱਗਾ ਥੋੜ੍ਹੀ ਕਿਹਾ ਜਾ ਸਕਦਾ ਵੀ ਇਹ ਨਿਰਮਲ ਹੈ, ਬਾਹਰੋਂ ਭਾਵੇਂ ਚਿੱਟਾ। ਇਸੇ ਤਰ੍ਹਾਂ ਇਸ ਗੱਲ ਨੂੰ ਧਿਆਨ ਵਿੱਚ ਰੱਖਿਓ। ਰੱਬ ਦੇ ਗੁਣ ਗਾ ਰਹੇ ਹਾਂ, ਤੇ ਰੱਬ ਦੇ ਗੁਣ ਗਾ ਕੇ ਜੇ ਰੱਬੀ ਗੁਣਾਂ ਵਰਗੇ ਨਾ ਬਣੇ, ਫਿਰ ਆਹੀ ਹਾਲਤ ਹੈ ਜਿਹੜੀ ਬਗਲੇ ਦੀ ਬਿਆਨ ਕੀਤੀ। ਕਹਿੰਦੇ ਬਾਹਰੋਂ ਭਾਵੇਂ ਜਿੰਨੇ ਮਰਜ਼ੀ ਤੂੰ ਗੁਣਾਂ ਦੀ ਰੱਟ ਲਾਈ ਜਾਵੇਂ, ਪਰ ਜੇ ਅੰਦਰ ਗੁਣ ਧਾਰਨ ਨਾ ਕੀਤੇ ਨਾ, ਫਿਰ ਸਫਲਾ ਕੋਈ ਵੀ ਨਹੀਂ। ਫਿਰ ਜੀਵਨ ਨੂੰ ਟਿਕਾ ਨਹੀਂ ਮਿਲੇਗਾ, ਜੀਵਨ ਨੂੰ ਸ਼ਾਂਤੀ ਨਹੀਂ ਮਿਲੇਗੀ। ਇਸ ਕਰਕੇ ਗੁਰੂ ਚਰਨਾਂ ਵਿੱਚ ਬੈਠ ਕੇ ਬਾਣੀ ਪੜ੍ਹਨ ਦਾ ਤਰੀਕਾ ਸਿੱਖੀਏ, ਬਾਣੀ ਸੁਣਨ ਦਾ ਤਰੀਕਾ ਸਿੱਖੀਏ, ਬਾਣੀ ਨੂੰ ਵਿਚਾਰਨ ਦਾ ਤਰੀਕਾ, ਭਾਵ ਸੁਣ ਕੇ, ਗਾ ਕੇ, ਪੜ੍ਹ ਕੇ, ਵਿਚਾਰ ਕੇ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ। ਇਸ ਗੱਲ ਨੂੰ ਧਿਆਨ ਵਿੱਚ ਰੱਖਣਾ। ਗਾਉਣਾ, ਸੁਣਨਾ, ਪੜ੍ਹਨਾ, ਵਿਚਾਰਨਾ ਉਹਨਾਂ ਦਾ ਹੀ ਸਫਲਾ ਜਿਹੜੇ ਆਪਣੇ ਗੁਰੂ ਦੇ ਕਹੇ ਬਚਨਾਂ ਅਨੁਸਾਰ ਚੱਲਦੇ। ਤਾਂ ਹੀ ਸ਼ਬਦ ਕਹੇ ਸਨ ਮੇਰੇ ਗੁਰੂ ਅਮਰਦਾਸ ਮਹਾਰਾਜ ਜੀ ਨੇ, ਕਹਿੰਦੇ ਆਉਂਦੇ ਤੇ ਬਹੁਤ ਨੇ, ਗਾਉਂਦੇ ਵੀ ਬਹੁਤ ਨੇ, ਸੁਣਦੇ ਵੀ ਬਹੁਤ ਨੇ, ਗਿਣਤੀ ਵਿੱਚ ਘੱਟ ਨਹੀਂ ਉਹ ਲੋਕ। ਸਿੱਖ ਵੀ ਆਪਣੇ ਆਪ ਨੂੰ ਕਹਾਉਂਦੇ ਨੇ, ਪਰ ਪਾਤਸ਼ਾਹ ਜੀ ਨੇ ਉੱਥੇ ਆਪਣਾ ਫੈਸਲਾ ਦਿੱਤਾ। ਸਤਿਗੁਰੂ ਜੀ ਕਹਿੰਦੇ ਸੇਵਕ ਸਿੱਖ ਪੂਜਣ ਸਭ ਆਵੈ, ਸਭ ਗਾਵੈ ਹਰ ਹਰ ਊਤਮ ਬਾਣੀ। ਕਹਿੰਦੇ ਸਾਰੇ ਸੇਵਕ ਬਣ ਕੇ ਆਪਣੇ ਆਪ ਦੇ ਵਿੱਚ ਸਿੱਖ ਬਣ ਕੇ ਗੁਰੂ ਦਰ ਉੱਪਰ ਆਉਂਦੇ ਨੇ, ਆਪਣੇ ਮਾਲਕ ਦੀ ਭਗਤੀ ਕਰਨ ਦੇ ਲਈ, ਆਪਣੇ ਮਾਲਕ ਦੇ ਗੁਣ ਗਾਉਣ ਦੇ ਲਈ। ਤੇ ਸਾਰੇ ਕਰਦੇ ਕੀ ਨੇ? ਕਹਿੰਦੇ ਸਭ ਗਾਵੇਂ ਹਰ ਹਰ ਉੱਤਮ ਬਾਣੀ। ਬਾਣੀ ਤੇ ਉੱਤਮ ਹੈ ਭਾਈ, ਸਾਰੇ ਗਾਉਂਦੇ ਨੇ, ਸਾਰੇ ਸੁਣਦੇ ਨੇ, ਸਾਰੇ ਵਿਚਾਰਦੇ ਨੇ, ਸਾਰੇ ਪੜ੍ਹਦੇ ਨੇ। ਬਾਣੀ ਤੇ ਉੱਤਮ ਹੈ, ਬਾਣੀ ਵਿੱਚ ਕੋਈ ਘਾਟ ਨਹੀਂ, ਇਸ ਗੱਲ ਨੂੰ ਧਿਆਨ ਵਿੱਚ ਰੱਖਿਓ। ਪਰ ਪਾਤਸ਼ਾਹ ਜੀ ਕਹਿੰਦੇ ਗਾਵਿਆ ਸੁਣਿਆ ਤਿੰਨ ਕਾ ਹਰ ਥਾਂਏ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਹੁਣ ਗੱਲ ਕਿਤੇ ਆ ਕੇ ਮੁਕਾਈ। ਗਾਉਣ ਵਾਲੇ ਬਹੁਤ, ਸੁਣਨ ਵਾਲੇ ਬਹੁਤ, ਪੜ੍ਹਨ ਵਾਲੇ ਬਹੁਤ, ਵਿਚਾਰਨ ਵਾਲੇ ਬਹੁਤ, ਪਰ ਸਫਲੀ ਕਿਹਨਾਂ ਦੀ? ਜਿਨ੍ਹਾਂ ਨੇ ਗੁਰੂ ਦੀ ਆਗਿਆ ਨੂੰ ਸੱਤ ਕਹਿ ਕੇ ਮੰਨ ਲਿਆ ਵੀ ਸਤ ਵਚਨ। ਮੇਰੇ ਸਤਿਗੁਰੂ ਜੀ ਜੋ ਤੁਸੀਂ ਵਿਚਾਰ ਕਹੇ ਨੇ ਇਹ ਮੈਨੂੰ ਬਿਲਕੁਲ ਠੀਕ ਜਾਪਦੇ ਨੇ, ਇਹ ਮੇਰੇ ਲਈ ਬਿਲਕੁਲ ਠੀਕ ਨੇ, ਇਹ ਮੈਂ ਮੰਨਾਂਗਾ।
ਜਿੱਦਣ ਆਹ ਜੀਵਨ ਬਣ ਗਿਆ ਨਾ, ਉਦਣ ਗਾਉਣਾ ਸਫਲਾ ਹੋਵੇਗਾ, ਉਦਣ ਪੜ੍ਹਨਾ ਸਫਲਾ ਹੋਵੇਗਾ। ਨਹੀਂ ਤੇ ਪਾਤਸ਼ਾਹ ਜੀ ਕਹਿੰਦੇ ਤੂੰ ਕਰਦਾ ਕੀ ਪਿਆ, ਬਸ ਪੜ੍ਹਦਾ ਹੀ ਨੇ, ਬਸ ਪੜ੍ਹ ਲਿਆ, ਉਹਦੇ ਵਿੱਚ ਮੈਨੂੰ ਕੀ ਦੱਸਿਆ ਗਿਆ, ਮੇਰਾ ਕੀ ਫਰਜ਼ ਹੈ, ਇਸ ਗੱਲ ਨੂੰ ਪਛਾਣਦਾ ਹੀ ਨਹੀਂ ਕੋਈ ਪਿਆ। ਤਾਂ ਹੀ ਸੁਥਰੇ ਸ਼ਾਹ ਜੀ ਨੇ ਸਿੱਖ ਨੂੰ ਬਾਣੀ ਪੜ੍ਹਦਿਆਂ ਵੇਲੇ ਟੋਕਣਾ ਸ਼ੁਰੂ ਕੀਤਾ। ਉਹ ਬਾਣੀ ਪੜ੍ਹਦਾ ਪਿਆ ਕਿ ਗਾਵਨ ਤੁਧਨੋਂ ਪਵਨ ਪਾਣੀ ਬੈ ਸੰਤਰ, ਗਾਵੈ ਰਾਜਾ ਧਰਮ ਦੁਆਰੇ, ਤੇ ਭਾਈ ਸੁਥਰੇ ਸ਼ਾਹ ਕੋਲ ਬੈਠਾ ਸੁਣਦਾ। ਜਦੋਂ ਉਹ ਕਹਿੰਦਾ ਨਾ ਕਿ ਗਾਵਨ ਤੁਧਨੋਂ ਪਵਨ ਪਾਣੀ ਬੈ ਸੰਤਰ, ਗਾਵੈ ਰਾਜਾ ਧਰਮ ਦੁਆਰੇ, ਬੜੀ ਮਿੱਠੀ ਆਵਾਜ਼ ਵਿੱਚ ਗਾਉਂਦਾ, ਤੇ ਉਹ ਕੰਨ ਵਿੱਚ ਆ ਕੇ ਕਹਿੰਦਾ ਫਿਰ ਤੈਨੂੰ ਕੀ। ਜਦੋਂ ਉਹ ਕਵੇ ਗਾਵਨ ਤੁਧਨੋਂ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ, ਮਾਲਕ ਦੇ ਗੁਣਾਂ ਦੀ ਗੱਲ, ਸੋਦਰ ਦਾ ਸ਼ਬਦ ਪੂਰਾ ਪੜ੍ਹੀ ਜਾ ਰਿਹਾ। ਜਿੱਥੇ ਜਿੱਥੇ ਗਾਉਣ ਦੀ ਗੱਲ ਆਵੇ, ਜਦੋਂ ਪੰਕਤੀ ਖਤਮ ਹੋਵੇ, ਕੰਨ ਵਿੱਚ ਜਾ ਕੇ ਕਵੇ ਫਿਰ ਤੈਨੂੰ ਕੀ। ਲਓ, ਇੰਨੀ ਗੱਲ ਸੁਣ ਕੇ ਸਤਿਗੁਰੂ ਜੀ ਦੇ ਕੋਲ ਸ਼ਿਕਾਇਤ ਲੈ ਕੇ ਪਹੁੰਚ ਗਿਆ ਸਿੱਖ ਸੱਚੇ ਪਾਤਸ਼ਾਹ, ਮੈਂ ਬਾਣੀ ਪੜ੍ਹਦਾ, ਆ ਜਿਹਨੂੰ ਤੁਸੀਂ ਆਪਣਾ 7ਵਾਂ ਪੁੱਤ ਬਣਾਇਆ, ਆ ਸੁਥਰੇ ਸ਼ਾਹ, ਜਿਹਨੂੰ ਤੁਸੀਂ ਕਹਿੰਦੇ ਇਹ ਕੁਥਰਾ ਨਹੀਂ, ਇਹ ਤੇ ਸੁਥਰਾ ਹੈ, ਇਹ ਮੈਨੂੰ ਬਾਣੀ ਪੜ੍ਹਦੇ ਨੂੰ ਤੰਗ ਕਰਦਾ ਪਿਆ, ਇਹ ਮੈਨੂੰ ਬਾਣੀ ਪੜ੍ਹਦੇ ਨੂੰ ਦੁਖੀ ਕਰਦਾ ਪਿਆ, ਇਹ ਵਿਘਨ ਪਾਉਂਦਾ ਪਿਆ ਬਾਣੀ ਪੜ੍ਹਨ ਦੇ ਵਿੱਚ ਮੇਰੇ। ਤੇ ਸਾਹਿਬ ਜੀ ਨੇ ਸੁਥਰੇ ਸ਼ਾਹ ਨੂੰ ਬੁਲਾਇਆ, ਕਹਿੰਦੇ ਪਿਆਰਿਆ ਕੀ ਗੱਲ, ਬਾਣੀ ਪੜ੍ਹਦਾ ਪਿਆ ਸਿੱਖ, ਤੰਗ ਕਿਉਂ ਕਰਦਾ ਪਿਆ। ਤੇ ਭਾਈ ਸੁਥਰੇ ਸ਼ਾਹ ਨੇ ਉੱਥੇ ਗੱਲ ਕਹੀ, ਕਹਿੰਦੇ ਸੱਚੇ ਪਾਤਸ਼ਾਹ ਜੀ ਮੈਂ ਮਾੜੀ ਗੱਲ ਤੇ ਕੋਈ ਨਹੀਂ ਕਹੀ, ਇਹ ਸ਼ਬਦ ਗਾ ਰਿਹਾ ਸੀ, ਗਿਣਤੀ ਕਰੀ ਜਾ ਰਿਹਾ ਵੀ ਆਹ ਵੀ ਗਾਉਂਦਾ, ਆਹ ਵੀ ਗਾਉਂਦਾ, ਆਹ ਵੀ ਗਾਉਂਦਾ, ਮੈਂ ਤੇ ਇਹਨੂੰ ਕਹਿ ਰਿਹਾ ਸੀ ਫਿਰ ਤੈਨੂੰ ਕੀ ਫਾਇਦਾ, ਤੈਨੂੰ ਤੇ ਲਾਭ ਉਦਣ ਹੋਵੇਗਾ ਜਿੱਦਣ ਤੂੰ ਗਾਵੇਂਗਾ, ਤੈਨੂੰ ਤੇ ਫਾਇਦਾ ਤਾਂ ਹੈ ਜੇ ਤੂੰ ਗਾਵੇਂਗਾ। ਇਹ ਤੇ ਗਾ ਰਹੇ ਨੇ, ਇਹਨਾਂ ਦੀਆਂ ਗੱਲਾਂ ਕਰਦਿਆਂ ਹੋਇਆਂ ਆਪ ਗਾਉਣੇ ਸ਼ੁਰੂ ਕਰਨੇ ਸੀ, ਤੂੰ ਤੇ ਗਾ ਨਹੀਂ ਨਾ ਰਿਹਾ, ਤੂੰ ਤੇ ਗਿਣਤੀ ਕਰ ਰਿਹਾ ਵੀ ਆਹ ਬੰਦਾ ਗਾ ਰਿਹਾ, ਆਹ ਬੰਦਾ ਗਾ ਰਿਹਾ। ਇਹੀ ਹਾਲਾਤ ਨੇ ਬਹੁਤਾਤ ਸਾਡੀ ਜ਼ਿੰਦਗੀ ਦੇ। ਅਸੀਂ ਆਪਣੇ ਗੁਰੂ ਦੀਆਂ ਗੱਲਾਂ ਕਰਦੇ ਹਾਂ, ਪਰ ਗੱਲਾਂ ਕਰਕੇ ਗੁਰੂ ਵਰਗੇ ਬਣਨਾ ਸੀ, ਇਹ ਫਰਜ਼ ਭੁੱਲ ਗਏ। ਹਾਲਾਤ ਇਹ ਬਣ ਗਏ ਵੀ ਆਪਣੇ ਜੀਵਨ ਵਿੱਚ ਗੁਰੂ ਬਾਰੇ ਕਹੀ ਜਾ ਰਹੇ ਹਾਂ, ਆਪ ਕਿੱਦਾਂ ਦੇ ਆ ਇਸ ਗੱਲ ਵੱਲ ਧਿਆਨ ਹੀ ਕੋਈ ਨਹੀਂ। ਉੱਥੇ ਭਾਈ ਸੁਥਰੇ ਸ਼ਾਹ ਨੇ ਇਹ ਗੱਲ ਕਹੀ, ਕਹਿੰਦੇ ਸੱਚੇ ਪਾਤਸ਼ਾਹ ਦੱਸੋ ਮਾੜੀ ਗੱਲ ਕਹੀ ਮੈਨੂੰ, ਮੈਂ ਤੇ ਇਹਨੂੰ ਨਾਲ ਨਾਲ ਕਹਿ ਰਿਹਾ ਸੀ ਵੀ ਭਾਈ ਦੇਖ ਆ ਵੀ ਗਾ ਰਿਹਾ, ਆ ਵੀ ਗਾ ਰਿਹਾ, ਤੂੰ ਕਹਿਣਾ ਨਾ ਫਿਰ ਤੂੰ ਗਾ ਰਿਹਾ ਦੇਖ ਤੇ ਸਹੀ, ਤੂੰ ਤੇ ਗਿਣਤੀ ਕਰਦਾ ਪਿਆ। ਤਾਂ ਹੀ ਸੱਚੇ ਪਾਤਸ਼ਾਹ ਜੀ ਨੇ ਸਾਰੀਆਂ ਗੱਲਾਂ ਕਰਨ ਤੋਂ ਬਾਅਦ, ਪੂਰੇ ਸ਼ਬਦ ਵਿੱਚ ਕਈ ਜਾਣਿਆਂ ਦੇ ਗਾਉਣ ਦੀ ਗੱਲ ਕਰਨ ਤੋਂ ਬਾਅਦ ਇਹ ਗੱਲ ਇੱਥੇ ਆ ਕੇ ਮੁਕਾਈ ਸੀ, ਕਹਿੰਦੇ ਸੋ ਪਾਤਸ਼ਾਹ ਸਾਹਾਂ ਪਤ ਸਾਹਿਬ ਨਾਨਕ ਰਹਿਣ ਰਜ਼ਾਈ। ਜਿਵੇਂ ਇਹ ਪਵਨ ਰੱਬ ਦੀ ਰਜ਼ਾ ਦੇ ਵਿੱਚ ਹੈ, ਪਾਣੀ ਰੱਬ ਦੀ ਰਜ਼ਾ ਵਿੱਚ ਹੈ, ਹਵਾ ਰੱਬ ਦੇ ਹੁਕਮ ਵਿੱਚ ਹੈ, ਅੱਗ ਰੱਬ ਦੇ ਹੁਕਮ ਵਿੱਚ ਹੈ, ਜਿਵੇਂ ਇਹ ਸਾਰੇ ਜਿਨ੍ਹਾਂ ਦੀ ਗਿਣਤੀ ਕੀਤੀ ਸਾਰੇ ਰੱਬ ਦੇ ਹੁਕਮ ਵਿੱਚ, ਬੰਦਿਆ ਤੈਨੂੰ ਵੀ ਫਿਰ ਰੱਬ ਦੇ ਹੁਕਮ ਵਿੱਚ ਰਹਿਣਾ ਹੀ ਫੱਬਦਾ ਹੈ, ਤੂੰ ਵੀ ਰੱਬ ਦੇ ਹੁਕਮ ਵਿੱਚ ਰਹਿ। ਨਾਨਕ ਰਹਿਣ ਰਜ਼ਾਈ ਦਾ ਭਾਵ ਅਰਥ ਇਹ ਹੈ ਵੀ ਜਿਹੜਾ ਪਾਤਸ਼ਾਹਾਂ ਦਾ ਵੀ ਪਾਤਸ਼ਾਹ ਮਾਲਕ ਹੈ ਨਾ, ਉਹਦੇ ਹੁਕਮ ਵਿੱਚ ਰਹਿਣਾ ਸਿੱਖ ਤੂੰ ਵੀ, ਜਿਵੇਂ ਹਵਾ ਉਹਦੇ ਹੁਕਮ ਵਿੱਚ ਹੈ। ਤੇ ਹੁਣ ਇਹ ਸ਼ਬਦ ਗਾ ਆਪਾਂ ਸਾਰੇ ਰਹੇ ਹਾਂ, ਧਿਆਨ ਵਿੱਚ ਮਾਰ ਕੇ ਆਪਣੇ ਅੰਦਰ ਧਿਆਨ ਮਾਰ ਕੇ ਵੇਖੋ, ਹੁਕਮ ਵਿੱਚ ਰਹਿ ਰਹੇ ਹੋ ਉਹਦੇ। ਤੇ ਜੇ ਇਹ ਸ਼ਬਦ ਪੜ੍ਹ ਕੇ ਸੁਣ ਕੇ ਗਾ ਕੇ ਰੱਬ ਦੇ ਹੁਕਮ ਵਿੱਚ ਨਹੀਂ ਨਾ ਟਿਕੇ, ਫਿਰ ਚੇਤੇ ਰੱਖਿਓ ਰੱਬ ਦੀ ਸਿਫਤ ਸਲਾਹ ਹੀ ਨਹੀਂ ਕੀਤੀ। ਕਿਉਂਕਿ ਸਿਫਤ ਸਲਾਹ ਦਾ ਅਰਥ ਕੇਵਲ ਆਪਣੇ ਵੱਲੋਂ ਕੁਝ ਸ਼ਬਦਾਂ ਦਾ ਉਚਾਰਨ ਕਰਨਾ ਨਹੀਂ ਗੁਰਮਤਿ ਵਿੱਚ, ਵੀ ਜਿਵੇਂ ਮੇਰੇ ਵਰਗਾ ਕਹੇ ਜੀ ਮੈਨੂੰ ਤੇ ਬੜੇ ਰਾਗ ਆਉਂਦੇ ਨੇ, ਮੈਨੂੰ ਤੇ ਸਾਜ਼ਾਂ ਦੀ ਬੜੀ ਨੌਲੇਜ ਹੈ, ਮੇਰੀ ਆਵਾਜ਼ ਵੀ ਬੜੀ ਮਿੱਠੀ ਹੈ। ਅੱਜ ਅਸੀਂ ਇਹਨਾਂ ਚੀਜ਼ਾਂ ਨੂੰ ਬਹੁਤਾਤ ਅਹਿਮੀਅਤ ਦੇ ਰਹੇ ਹਾਂ। ਜਿਹਦੀ ਬਹੁਤ ਸੁਰੀਲੀ ਆਵਾਜ਼ ਹੈ ਉਹੀ ਗਵਈਆ ਸਾਨੂੰ ਚੰਗਾ ਲੱਗਦਾ, ਉਹਦਾ ਈਮਾਨ ਕਿਹੋ ਜਿਹਾ ਹੈ, ਉਹਦਾ ਕਿਰਦਾਰ ਕਿਹੋ ਜਿਹਾ,
ਉਹਦਾ ਆਪਣਾ ਜਿਹੜਾ ਧਰਤੀ ਦੇ ਤਲ ਤੇ ਜੀਵਨ ਕਿਹੋ ਜਿਹਾ ਕਦੇ ਨਹੀਂ ਵਿਚਾਰਦੇ ਆਪਾਂ। ਬਸ ਉਹਦੀ ਆਵਾਜ਼ ਬੜੀ ਸੋਹਣੀ ਤਾਂ ਕਰਕੇ ਬੁਲਾ ਰਹੇ ਹਾਂ। ਗੁਰੂ ਦੇ ਘਰ ਦੇ ਵਿੱਚ ਸੁਰੀਲੀ ਆਵਾਜ਼ ਕਰਕੇ ਕਿਸੇ ਨੂੰ ਅਹਿਮੀਅਤ ਨਹੀਂ ਸੀ। ਤਾਂ ਹੀ ਗੁਰੂ ਰਾਮਦਾਸ ਜੀ ਨੇ ਸ਼ਬਦ ਕਹੇ ਸਨ, ਕਹਿੰਦੇ ਕੋਈ ਗਾਵੇ ਰਾਗੀ ਨਾਦੀ ਵੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਭੀਜੈ ਰਾਮ ਰਾਜੇ। ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿੰਨਾ ਰੋਏ ਕਿਆ ਕੀਜੈ। ਕਹਿੰਦੇ ਉਹਨਾਂ ਦਾ ਤੇ ਰਾਗਾਂ ਦੇ ਸਮੇਤ, ਸਾਜ਼ਾਂ ਦੇ ਸਮੇਤ, ਅਨੇਕਾਂ ਧਾਰਮਿਕ ਪੁਸਤਕਾਂ ਦੇ ਸਮੇਤ ਗਾਉਣਾ ਜਿਹੜਾ ਹੈ ਨਾ, ਬਿਰਲਾਪ ਕਰਨਾ, ਕੀਰਨੇ ਪਾਉਣਾ ਹੀ ਕੀਰਤਨ ਨਹੀਂ ਕਰ ਰਹੇ ਉਹ ਲੋਕ। ਕਿਉਂਕਿ ਜਿਹੜੇ ਗਾਉਣ ਤੋਂ ਬਾਅਦ ਵੀ ਅੰਦਰ ਕਪਟ ਲੈ ਕੇ ਬੈਠੇ ਨੇ, ਜਿਹੜੇ ਧਾਰਮਿਕ ਗ੍ਰੰਥ ਪੜ੍ਹਨ ਤੋਂ ਬਾਅਦ ਵੀ ਆਪਣੇ ਅੰਦਰ ਪਾਪ ਲੈ ਕੇ ਬੈਠੇ ਨੇ ਨਾ, ਸਤਿਗੁਰੂ ਰਾਮਦਾਸ ਜੀ ਕਹਿੰਦੇ ਉਹਨਾਂ ਦਾ ਗਾਉਣਾ ਪ੍ਰਵਾਨ ਕੋਈ ਨਹੀਂ। ਰੱਬ ਨਹੀਂ ਖੁਸ਼ ਹੁੰਦਾ ਉਹਨਾਂ ਦੇ ਗਾਉਣ ਤੋਂ। ਫਿਰ ਰੱਬ ਦੇ ਗੁਣ ਗਾਉਣ ਦਾ ਅਰਥ ਕੀ ਹੈ? ਗੁਰਮਤਿ ਵਿੱਚ ਧਿਆਨ ਵਿੱਚ ਰੱਖਣਾ। ਇਹਦਾ ਅਰਥ ਇਹ ਨਹੀਂ ਵੀ ਫਿਰ ਹੁਣ ਕੀਰਤਨ ਕਰਦਿਆਂ ਸਮੇਂ ਸਾਜ਼ ਨਹੀਂ ਵਜਾਉਣੇ ਚਾਹੀਦੇ, ਜਾਂ ਆਪਣੇ ਵੱਲੋਂ ਆਵਾਜ਼ ਚੰਗੀ ਨਹੀਂ ਹੋਣੀ। ਇਹਦਾ ਅਰਥ ਇਹ ਨਾ ਲਿਓ। ਇਹ ਸਾਰਾ ਕੁਝ ਚੰਗਾ ਹੋਣ ਤੋਂ ਬਾਅਦ ਆਪਣੇ ਜੀਵਨ ਦੇ ਜਿਹੜੇ ਅਸਲ ਵਿੱਚ ਕਰਮ ਨੇ ਉਹ ਵੀ ਚੰਗੇ ਹੋਣੇ ਚਾਹੀਦੇ, ਤਾਂ ਇਹ ਸਾਰੀਆਂ ਚੀਜ਼ਾਂ ਸਫਲੀਆਂ। ਤੇ ਗੁਣ ਗਾਉਣ ਦਾ ਅਰਥ ਕੀ ਹੈ? ਮੇਰੇ ਪਾਤਸ਼ਾਹ ਜੀ ਨੇ ਜਿਹੜੇ ਸ਼ਬਦ ਕਹੇ ਨਾ ਗੁਰਮਤਿ ਵਿੱਚ, ਗੁਣ ਗਾਉਣ ਦਾ ਕੀ ਭਾਵ ਹੈ? ਸਤਿਗੁਰੂ ਜੀ ਕਹਿੰਦੇ ਸਿਫਤ ਸਲਾਹਣ ਤੇਰਾ ਹੁਕਮ ਰਜਾਈ। ਤੇਰੀ ਸਿਫਤ ਸਲਾਹ ਦਾ ਅਸਲ ਵਿੱਚ ਭਾਵ ਅਰਥ ਕੀ ਹੈ? ਤੇਰੇ ਹੁਕਮ ਵਿੱਚ ਚੱਲਣਾ। ਜਿਹੜਾ ਤੇਰੇ ਹੁਕਮ ਵਿੱਚ ਚੱਲਦਾ ਹੈ ਨਾ ਮੇਰੇ ਮਾਲਕਾ, ਉਹੀ ਤੇਰੀ ਸਿਫਤ ਸਲਾਹ ਕਰਦਾ ਹੈ। ਉਹਦੀ ਕੀਤੀ ਗਈ ਸਿਫਤ ਸਲਾਹ ਹੀ ਸਫਲੀ ਹੈ। ਜਿਹਨੇ ਤੇਰੇ ਹੁਕਮ ਨੂੰ ਪ੍ਰਵਾਨ ਕਰ ਲਿਆ, ਜਿਹਨੇ ਹੁਕਮ ਨੂੰ ਪ੍ਰਵਾਨ ਨਹੀਂ ਕੀਤਾ, ਉਹਨੇ ਤੇਰੀ ਸਿਫਤ ਸਲਾਹ ਕੀਤੀ ਹੋਈ ਕੋਈ ਨਹੀਂ। ਭਾਵੇਂ ਜਿੰਨੇ ਮਰਜ਼ੀ ਉਹਨੇ ਰਾਗ ਲਾਪੇ ਹੋਣ, ਉਹਨੇ ਜਿੰਨੇ ਮਰਜ਼ੀ ਧਾਰਮਿਕ ਗ੍ਰੰਥਾਂ ਦਾ ਪਾਠ ਕੀਤਾ ਹੋਵੇ, ਜਿਹੜਾ ਤੇਰੇ ਹੁਕਮ ਵਿੱਚ ਚੱਲਣ ਲਈ ਉਹ ਤਿਆਰ ਨਹੀਂ, ਪਾਤਸ਼ਾਹ ਜੀ ਕਹਿੰਦੇ ਉਹਨੇ ਸਿਫਤ ਸਲਾਹ ਹੀ ਨਹੀਂ ਕੀਤੀ। ਕਿਉਂਕਿ ਸਿਫਤ ਸਲਾਹ ਦਾ ਅਰਥ ਆ ਗੁਰੂ ਦੇ ਬੋਲ ਨੇ ਭਾਈ, ਸਿਫਤ ਸਲਾਹਣ ਤੇਰਾ ਹੁਕਮ ਰਜਾਈ। ਜਿਹੜਾ ਹੇ ਰਜਾ ਵਾਲੇ ਮੇਰੇ ਮਾਲਕ ਜੀ, ਤੇਰਾ ਹੁਕਮ ਹੈ ਨਾ, ਤੇਰੇ ਹੁਕਮ ਵਿੱਚ ਚੱਲਣਾ ਹੀ ਤੇਰੀ ਸਿਫਤ ਸਲਾਹ ਕਰਨੀ ਹੈ। ਤੇ ਜਿਹੜੇ ਤੇਰੇ ਹੁਕਮ ਵਿੱਚ ਹੀ ਨਹੀਂ ਚੱਲਦੇ, ਉਹ ਤੇਰੀ ਸਿਫਤ ਸਲਾਹ ਨਹੀਂ ਕਰ ਰਹੇ, ਉਹ ਤੇਰੇ ਗੁਣ ਨਹੀਂ ਗਾ ਰਹੇ। ਇਸ ਕਰਕੇ ਮੇਰੇ ਪਾਤਸ਼ਾਹ ਜੀ ਕਹਿੰਦੇ ਅਨ ਦਿਨ ਰਾਮ ਕੇ ਗੁਣ ਕਹੀਐ। ਇਹਦਾ ਭਾਵ ਅਰਥ ਕੀ ਹੋਇਆ? ਅਨ ਦਿਨ ਰਾਮ ਕੇ ਗੁਣ ਕਹੀਏ, ਇਹਦਾ ਭਾਵ ਹੈ ਹਰ ਰੋਜ਼ ਆਪਣੇ ਮਾਲਕ ਦੇ ਹੁਕਮ ਵਿੱਚ ਚੱਲਿਆ ਕਰ। ਹਰ ਰੋਜ਼ ਆਪਣੇ ਮਾਲਕ ਦੇ ਭਾਣੇ ਨੂੰ ਪ੍ਰਵਾਨ ਕਰਿਆ ਕਰ। ਹਰ ਰੋਜ਼ ਆਪਣੇ ਮਾਲਕ ਦੇ ਹੁਕਮ ਦੀ ਕਮਾਈ ਕਰਿਆ ਕਰ। ਜੇ ਹੁਕਮ ਦੀ ਕਮਾਈ ਕਰ ਲਈ, ਹਰ ਰੋਜ਼ ਰੱਬ ਦੇ ਗੁਣ ਗਾ ਲਏ।